सत श्री अकाल दोस्तों, स्वागत है तुहाडा अपने यूट्यूब चैनल जीके अकैडमी पंजाब दे विच। दोस्तों अज आपां तुहाडे लई अपनी जो कि जीके दी 500 MCQ दी सीरीज़ चल रही आ उहदी आपां क्लास नंबर 6 करांगे, जिहदे विच कि इकनॉमिक्स दे आपां 30 MCQ करांगे। इस तो पहला आपां 130 MCQ ऑलरेडी कर चुके हैं, जिहदे विच कि आपां अलग-अलग जीके दे सबजैक्ट आपां कवर कीते सी विच। ते इस तो पहला अपनियां यूट्यूब दे उत्ते 100 तो वध क्लासां हो चुकियां ने, जिहदे विच कि आपां सिर्फ थ्योरी ते MCQ ही फॉलो कीते ने। तां तुसीं ओह क्लासां पहलां जाके जरूर देखो, क्योंकि कुछ सबजैक्ट इहो जिहे हुंदे ने जिहड़े कि कल्ले MCQ दे नाल नहीं हुंदे। जिद्दां कि जेकर तुसीं स्टैटिक जीके करनी आ तां ओह तुहाडे कल्ले MCQ नाल भी कवर हो सकदी आ। पर जेकर तुसीं इह सबजैक्ट हो गए जिद्दां हिस्टरी हो गया, पॉलिटी हो गया, पंजाब जीके हो गया, जां इकनॉमिक्स हो गया, साइंस हो गया, एनवायरनमेंट हो गया, ये तुसीं बिना मतलब कि थ्योरी तो कवर नहीं कर सकते। हाँ, इस तरह वा के अजे अपने कोल समा नहीं लग रहा, जिहदे करके इकनॉमिक्स ते जोग्राफी अपने तो जां साइंस अपने तो नहीं हो रही स्टार्ट है, क्योंकि जिहड़े अपने पहले सबजैक्ट भी अजे अपनी स्टैटिक जीके भी पेंडिंग है, जिहदे करके इह वाले सबजैक्ट पेंडिंग पए ने। सो ये सबजैक्ट दे उत्ते तुसीं खुद मेहनत कीती आ करनी आ, ते जिहड़ी बाकी सबजैक्ट जिहड़े मैं तुहानूं कह रहा कि जिहड़े मेन सबजैक्ट ने ओह तुसीं अपनी क्लासां तो फॉलो करके कर सकदे हो। ते इस तो बिना तुहानूं ओह वालीआं क्लासां लई जिद्दां हिस्टरी हो गया, पॉलिटी हो गया, पंजाब जीके हो गया, एंशिएंट हिस्टरी हो गया, मैਡੀਵਲ हिस्टरी हो गया, ਜਾਂ स्टैटिक जीके ਦੇ ਵੀ ਜੋ ਟੌਪਿਕ ਆਪਾਂ ਕਰਵਾਤੇ ਉਹ ਤੁਹਾਨੂੰ ਅਲੱਗ ਤੋਂ ਕਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂਗੀ। ਠੀਕ ਹੈ ਜੀ, ਕਿਉਂਕਿ ਆਪਾਂ ਉਹਨਾਂ ਕਵਰ ਕਰਤਾ ਹੋਇਆ ਕਿ PSSB ਤੇ ਪੰਜਾਬ ਪੁਲਿਸ ਦੇ ਪੇਪਰ ਦੇ ਅਕੋਰਡਿੰਗ ਤੁਹਾਡੇ ਉਹਦੇ ਵਿੱਚੋਂ ਕੁਐਸਚਨ ਕਵਰ ਹੋ ਜਾਣਗੇ ਜਿੰਨੇ ਵੀ ਆਏ। ਤਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ। ਦੇਖੋ ਜੀ, ਵੈਸੇ ਇਕਨੋਮਿਕਸ ਦਾ ਇਹੀ ਹੁੰਦਾ ਵਾ ਕਿ ਤੁਸੀਂ ਸਭ ਤੋਂ ਪਹਿਲਾਂ ਇਹਦੀ ਥਿਊਰੀ ਪੜ੍ਹਨੀ ਆ, ਪਰ ਆਪਣੇ ਕੋਲ ਸਮਾਂ ਨਹੀਂ, ਤਾਂ ਕਰਕੇ ਆਪਾਂ ਸਿਰਫ ਤੁਹਾਨੂੰ 30 MCQ ਲੈ ਕੇ ਆਏ ਆ। ਇਹਦੇ ਵਿੱਚ ਤੁਸੀਂ ਦੇਖਣਾ ਵਾ ਕਿ ਜਿੱਥੋਂ ਵੀ ਤੁਸੀਂ ਪੜ੍ਹ ਰਹੇ ਹੋ, ਜਿੱਥੋਂ ਵੀ ਤਿਆਰੀ ਕਰ ਰਹੇ ਹੋ, ਕੀ ਤੁਹਾਡੇ ਇਹ MCQ ਕਵਰ ਹੋ ਰਹੇ ਨੇ। ਜੇਕਰ ਤੁਸੀਂ ਅਜੇ ਸ਼ੁਰੂ ਵੀ ਕਰਨੀ ਆ ਇਕਨੋਮਿਕਸ ਤਾਂ ਖਾਸ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖਣਾ। ਇੱਕ 5 ਸਾਲੀ ਯੋਜਨਾ 5 ਈਅਰ ਪਲਾਨ ਦੇ ਉੱਤੇ ਤੁਸੀਂ ਖਾਸ ਧਿਆਨ ਦੇਣਾ ਵਾ। ਇੱਕ ਤੁਸੀਂ ਕੀ ਕਰਨਾ ਵਾ, ਇੱਕ ਨੀਤੀ ਆਯੋਗ ਕਰਨਾ ਵਾ। ਇੱਕ ਤੁਸੀਂ ਥੋੜਾ ਜਿਹਾ GST ਵੀ ਪੜ੍ਹ ਲਿਓ, ਕਿਉਂਕਿ ਐਗਜ਼ਾਈਜ਼ ਇੰਸਪੈਕਟਰ ਲਈ ਥੋੜਾ ਜਿਹਾ ਇੰਪੋਰਟੈਂਟ ਰਹਿਣ ਵਾਲਾ ਵਾ। ਤੇ ਇੱਕ ਨਾ ਇਕਨੋਮਿਕਸ ਦੀਆਂ ਟਰਮਸ ਹੁੰਦੀਆਂ ਨੇ, ਮਾਈਕਰੋ ਇਕਨੋਮਿਕਸ ਤੇ ਮੈਕਰੋ ਇਕਨੋਮਿਕਸ, ਤੇ ਅੱਗੇ ਜਾ ਕੇ ਜਿਹੜੀਆਂ ਆਪਣੀਆਂ ਕਿ ਨੈਸ਼ਨਲ ਇਨਕਮ ਹੋ ਗਿਆ, GDP ਹੋ ਗਿਆ, GNP ਹੋ ਗਿਆ, ਇਹ ਵਾਲੀਆਂ ਥੋੜੀਆਂ ਟਰਮ ਦੀ ਡੈਫੀਨੇਸ਼ਨ ਵਗੈਰਾ ਇਸ ਤਰ੍ਹਾਂ ਤੁਸੀਂ ਪੜ੍ਹ ਸਕਦੇ ਹੋ। ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਆਪਣਾ ਪਹਿਲਾ ਕੁਐਸਚਨ। ਹੁਣ ਜੀ ਆਹ ਕੁਐਸਚਨ ਆ ਜੀ, ਭਾਰਤ ਦੇ ਵਿੱਚ ਪਹਿਲੀ 5 ਸਾਲੀ ਯੋਜਨਾ ਕਦੋਂ ਸ਼ੁਰੂ ਹੋਈ ਸੀ? 1950 ਚ, 51 ਚ, 52 ਚ ਜਾਂ 53 ਚ? ਇਹ ਕੁਐਸਚਨ PSSB ਦਾ 2021 ਦੇ ਪੇਪਰ ਦੇ ਵਿੱਚ ਵੀ ਆ ਚੁੱਕਿਆ ਵਾ। ਠੀਕ ਆ, ਸੋ ਇੰਪੋਰਟੈਂਟ ਕੁਐਸਚਨ ਬਣਦਾ ਵਾ ਇਹ। ਸੋ ਜੀ ਇਹਦਾ ਸਹੀ ਆਨਸਰ ਬਣਦਾ ਵਾ ਜੀ 1951 ਦੇ ਵਿੱਚ ਸ਼ੁਰੂ ਹੋਈ ਸੀ ਪਹਿਲੀ 5 ਸਾਲੀ ਯੋਜਨਾ। ਯਾਦ ਹੋਣੀ ਚਾਹੀਦੀ ਆ ਤੁਹਾਨੂੰ। ਅਪ੍ਰੈਲ 1951 ਤੋਂ ਲੈ ਕੇ ਇਹ ਚੱਲੀ ਸੀ ਜੀ ਮਾਰਚ 1956 ਦੇ ਅਪਰੋਕਸ ਚੱਲੀ ਸੀ। ਤਾਂ 5 ਸਾਲੀ ਯੋਜਨਾ ਹੁੰਦੀ ਸੀ। ਇਹ 5-5 ਸਾਲਾਂ ਦੇ ਪਲਾਨ ਬਣਾਏ ਜਾਂਦੇ ਸੀ। ਠੀਕ ਆ, ਇਹਨੂੰ ਪਲੈਨਿੰਗ ਕਮਿਸ਼ਨ ਦੁਆਰਾ ਬਣਾਏ ਜਾਂਦੇ। ਤੇ ਪਲੈਨਿੰਗ ਕਮਿਸ਼ਨ, ਜੇਕਰ ਇਹਦੇ ਵਿੱਚ ਆਪਾਂ ਨੂੰ ਪੁੱਛਿਆ ਜਾਵੇ ਕਿ ਜਿਹੜੇ ਇਹ 5 ਸਾਲੀ ਯੋਜਨਾ ਕਿਹਨਾਂ ਨੇ ਸਟਾਰਟ ਕੀਤੀ ਸੀ ਜਾਂ ਪਲੈਨਿੰਗ ਕਮਿਸ਼ਨ ਦਾ ਉਹ, ਤਾਂ ਇਹ ਜਵਾਹਰ ਲਾਲ ਨਹਿਰੂ ਜੀ ਨੇ ਸਟਾਰਟ ਕੀਤੀ ਸੀ। ਠੀਕ ਆ, ਆਪਣੇ ਭਾਰਤ ਦੇ ਪਹਿਲੇ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ। ਤੇ ਇਹ ਇੰਪੋਰਟੈਂਟ ਬਣਦਾ ਵਾ। ਤੇ ਇਹਨੂੰ ਜੇਕਰ ਨਾ ਕਈ ਵਾਰ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਕਿ ਜਿਹੜੀ ਇਹ ਪਹਿਲੀ 5 ਸਾਲੀ ਯੋਜਨਾ ਸੀ, ਫਸਟ 5 ਈਅਰ ਪਲਾਨ ਸੀ, ਇਹਨੂੰ ਡਰਾਫਟ ਕਿਹਨੇ ਕੀਤਾ ਸੀ? ਬਹੁਤ ਇੰਪੋਰਟੈਂਟ ਕੁਐਸਚਨ ਆ। ਜੇਕਰ ਆਵੇ ਕਿ ਇਹਨੂੰ ਡਰਾਫਟ ਕਿਹਨੇ ਕੀਤਾ ਸੀ, ਇਹ ਕੀਤਾ ਸੀ ਜੀ KN ਰਾਜ ਨੇ। ਯਾਦ ਕਰ ਲਿਓ, ਇਹ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਕਿ ਪਹਿਲੀ 5 ਸਾਲੀ ਯੋਜਨਾ ਡਰਾਫਟ ਕਿਹਨੇ ਕੀਤੀ ਸੀ? KN ਰਾਜ ਨੇ। ਤਾਂ ਜੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਆਪਣੀ ਦੂਜਾ ਕੁਐਸਚਨ। ਤਾਂ ਜੀ 132 ਨੰਬਰ ਕੁਐਸਚਨ ਆ ਗਿਆ ਜੀ। ਕਹਿੰਦਾ ਜੀ ਇਹਨਾਂ ਦੇ ਵਿੱਚੋਂ ਕਿਹਨੂੰ ਫਾਦਰ ਆਫ ਇਕਨੋਮਿਕਸ ਕਿਹਾ ਜਾਂਦਾ? ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ ਇਹ, ਕਿ ਫਾਦਰ ਆਫ ਇਕਨੋਮਿਕਸ ਕਿਹਨੂੰ ਕਿਹਾ ਜਾਂਦਾ ਵਾ? ਤਾਂ ਜੀ ਐਡਮ ਰੋਜ਼ੀ ਨੂੰ, ਜੌਨ ਕੈਂਡੀ ਨੂੰ, ਹਰਸ਼ਲ ਨੂੰ ਜਾਂ ਐਡਮ ਸਮਿਥ ਨੂੰ? ਤਾਂ ਜੀ ਇਹਦਾ ਸਹੀ ਆਨਸਰ ਬਣਦਾ ਬਾਈ। ਸੋ ਆਪਾਂ ਜ਼ਿਆਦਾ ਟਾਈਮ ਨਹੀਂ ਹੁਣ ਵੇਸਟ ਕਰਨਾਗਾ। ਸੋ ਆਪਣਾ ਐਡਮ ਸਮਿਥ ਇਹਦਾ ਬਿਲਕੁਲ ਸਹੀ ਬਣਦਾ ਵਾ। ਐਡਮ ਸਮਿਥ ਨੂੰ ਫਾਦਰ ਆਫ ਦੀ ਇਕਨੋਮਿਕਸ ਕਿਹਾ ਜਾਂਦਾ ਵਾ। ਠੀਕ ਆ, ਇਹ ਕੌਣ ਸੀ? ਇਹ ਨਾ ਸਕਾਟਿਸ਼ ਫਿਲੋਸਫਰ ਸੀਗੇ, ਇਕਨੋਮਿਸਟ ਸੀਗੇ ਤੇ ਰਾਈਟਰ ਵੀ ਸੀਗੇ ਇਹ। ਠੀਕ ਆ, ਤਾਂ ਇਹਨਾਂ ਨੂੰ ਹੀ ਫਾਦਰ ਆਫ ਦੀ ਇਕਨੋਮਿਕਸ ਕਿਹਾ ਜਾਂਦਾ। ਇਹਨਾਂ ਨੇ ਨਾ ਇੱਕ ਇਹਨਾਂ ਦੀ ਬੁੱਕ ਸੀਗੀ ਵੈਲਥ ਆਫ ਨੇਸ਼ਨ ਨਾਮ ਦੀ ਬੁੱਕ ਸੀ, ਜਿਹੜੀ ਕਿ ਇਹਨਾਂ ਨੇ 1776 ਈਸਵੀ ਦੇ ਵਿੱਚ ਲਾਂਚ ਕੀਤੀ ਸੀ। ਤੇ ਜਿਹੜੀ ਇਹ ਵਾਲੀ ਬੁੱਕ ਸੀ ਨਾ, ਇਹਦੇ ਵਿੱਚ ਇਹਨਾਂ ਨੇ ਖਾਸ ਕਰ ਮਤਲਬ ਕਿ ਇੱਕ ਇਹਨਾਂ ਨੇ ਨਾ ਇੱਕ ਪੋਲਿਸੀ ਕਹਿ ਦਿੰਦੇ ਹੁੰਦੇ ਆ ਉਹਨੂੰ, ਜਿਹਨੂੰ ਕਿ ਕਹਿ ਦਿੰਦੇ ਆ ਕਿ ਆਪਾਂ ਲੈਜ਼ਿਸ, ਦੇਖੋ ਜੀ ਲੈਜ਼ਿਸ ਫੇਰੀ ਪੋਲਿਸੀ। ਇਹ ਵਾਲੀ ਜਿਹੜੀ ਤੁਹਾਡੀ ਲੋਸ਼ਨ ਦੀ ਬੁੱਕ ਆ ਨਾ, ਉਹਦੇ ਵਿੱਚ ਤੁਹਾਨੂੰ ਇਹ ਸਾਰਾ ਕੁਝ ਮਿਲ ਜਾਏਗਾ ਲਿਖਿਆ ਹੋਇਆ। ਸੋ ਅਲੱਗ ਤੋਂ ਤੁਹਾਨੂੰ ਲਿਖਣ ਦੀ ਲੋੜ ਨਹੀਂ। ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ 170 ਰੁਪਏ ਦੀ ਤੁਸੀਂ ਬੁੱਕ ਉਹ ਲੈ ਕੇ ਜ਼ਰੂਰ ਰੱਖਣੀ ਆ, ਚਾਹੇ ਲੋਸ਼ਨ ਚਾਹੇ ਅਰੀਐਂਟ, ਉਹਦੇ ਵਿੱਚ ਤੁਹਾਨੂੰ ਸਾਰੇ ਇਹ ਪੁਆਇੰਟ ਦੇਖਣ ਨੂੰ ਮਿਲ ਜਾਣਗੇ। ਠੀਕ ਆ, ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਲੈਟ ਦੀ ਮਾਰਕੀਟ ਔਨ ਹਿਜ਼ ਕੰਡੀਸ਼ਨ, ਮਤਲਬ ਮਾਰਕੀਟ ਨੂੰ ਉਹਦੀ ਕੰਡੀਸ਼ਨ ਤੇ ਰਹਿਣ ਦਿਓ ਤੇ ਗੌਰਮੈਂਟ ਦੀ ਇਹਦੇ ਵਿੱਚ ਨਾ ਹੋਵੇ। ਠੀਕ ਆ, ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ ਹੁਣ 133 ਨੰਬਰ ਕੁਐਸਚਨ। 133 ਤਾਂ ਜੀ ਆ ਲਿਖਿਆ ਹੋਇਆ। ਠੀਕ ਆ ਜੀ, ਸੋ ਵੈਲਥ ਆਫ ਨੇਸ਼ਨ ਇਹਨਾਂ ਦੀ ਬੁੱਕ ਸੀ। ਕਿਹੜਾ ਸੈਕਟਰ ਆ ਜਿਹੜਾ, ਠੀਕ ਆ ਜੀ, ਕਿਹੜਾ ਸੈਕਟਰ ਆ ਜਿਹੜਾ ਕਿ ਆਪਣੀ ਕੰਟਰੀ ਦੀ, ਭਾਰਤ ਦੀ ਬੈਕਬੋਨ ਕਿਹਾ ਜਾਂਦਾ ਵਾ?
एग्रीकल्चर सैक्टर, फाइनैंशियल सैक्टर, टैक्स सैक्टर या सर्वे सैक्टर। ਤਾਂ ਜੀ ਇਹਦਾ ਸਹੀ ਆਨਸਰ ਬਣਦਾ ਵਾ ਜੀ ਐਗਰੀਕਲਚਰ ਸੈਕਟਰ ਨੂੰ ਇਕਨੋਮਿਕਸ ਦੀ ਬੈਕਬੋਨ, ਆਪਣੀ ਕੰਟਰੀ ਦੀ ਬੈਕਬੋਨ ਕਿਹਾ ਜਾਂਦਾ, ਕਿਉਂਕਿ ਬਹੁਤ ਸਾਰੀ ਪੋਪੂਲੇਸ਼ਨ ਆਪਣੀ ਜਿਹੜੀ ਆ ਭਾਰਤ ਦੀ ਉਹ ਐਗਰੀਕਲਚਰ ਸੈਕਟਰ ਦੇ ਉੱਤੇ ਡਿਪੈਂਡ ਆ। ਨੈਕਸਟ ਚੱਲਦੇ ਹਾਂ ਜੀ ਆਪਾਂ 134 ਨੰਬਰ ਕੁਐਸਚਨ। 134 ਨੰਬਰ ਕੁਐਸਚਨ ਆ ਗਿਆ ਜੀ, ਇਹਦੇ ਵਿੱਚ ਉਹ ਕਹਿੰਦਾ ਜੀ MSP ਜਿਹਨੂੰ ਕਿ ਮਿਨੀਮਮ ਸਪੋਰਟ ਪ੍ਰਾਈਸ ਹੋ ਗਿਆ ਜਾਂ ਇਸ਼ੂ ਪ੍ਰਾਈਸ ਹੋ ਗਿਆ, ਤਾਂ ਇਹਨਾਂ ਕੀਮਤਾਂ ਦੀ ਉਹ ਕਹਿੰਦਾ ਜੀ ਸਿਫਾਰਿਸ਼ ਕੌਣ ਕਰਦਾ, ਰੀਕਮੈਂਡ ਕੌਣ ਕਰਦਾ ਵਾ ਇਹਨਾਂ ਨੂੰ। ਤਾਂ ਜੀ ਇਹ ਆ ਗਿਆ ਜੀ ਮਿਨਿਸਟਰੀ ਆਫ ਐਗਰੀਕਲਚਰ, ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ, ਪਲੈਨਿੰਗ ਕਮਿਸ਼ਨ ਜਾਂ ਨਾਬਾਰਡ। ਸੋ ਜਿਹੜੀ ਜਿਹੜੀ ਐਕਸਪਲੇਨ ਕਰਨੀ ਹੋਏਗੀ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਕਰੀ ਜਾਵਾਂਗੇ, ਠੀਕ ਆ। ਅਦਰਵਾਈਜ਼ ਜਿਹੜੀ ਨਹੀਂ ਕਰਦੇ ਹੋ ਉਹਦੇ ਉੱਤੇ ਆਪਾਂ ਜ਼ਿਆਦਾ ਟਾਈਮ ਨਹੀਂ ਵੇਸਟ ਕਰਾਂਗੇ। ਤਾਂ ਜੀ ਇਹ ਜਿਹੜੀ ਆ ਜੀ ਆਪਣੀ ਇਹਨੂੰ ਕਹਿੰਦੇ ਆ ਜੀ MSP ਦੀ ਸਿਫਾਰਿਸ਼ ਕੌਣ ਦਾ, ਕਮਿਸ਼ਨ ਫॉर ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਕਰਦਾ ਵਾ, ਠੀਕ ਆ। ਤਾਂ ਇਹਨੂੰ ਜੇਕਰ ਆਪਾਂ 1 ਜਨਵਰੀ 1965 ਨੂੰ ਇਹਦੀ ਸਥਾਪਨਾ ਹੋਈ ਸੀ, ਇਹਦਾ ਈਅਰ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਇਹਦਾ ਈਅਰ ਕਦੋਂ ਸੇ ਹੁੰਦਾ। ਇਹ ਡੀਸੈਂਟਰਲਾਈਜੇਸ਼ਨ ਏਜੰਸੀ ਸੀਗਾ ਗਵਰਨਮੈਂਟ ਆਫ ਇੰਡੀਆ ਦੀ, ਜੇਕਰ ਆਪਾਂ ਹੈਗੀ ਆ ਮਤਲਬ। ਤੇ ਹੈੱਡਕੁਆਟਰ ਇਹਦਾ ਆਪਾਂ ਨੂੰ ਪੁੱਛਿਆ ਜਾਵੇ ਕਿ ਇਹਦਾ ਹੈੱਡਕੁਆਟਰ ਕਿੱਥੇ ਆ, ਕਮਿਸ਼ਨ ਆਫ ਐਗਰੀਕਲਚਰ ਕਾਸਟ ਐਂਡ ਪ੍ਰਾਈਸਿਸ ਦਾ ਹੈਗਾ ਜੀ ਦਿੱਲੀ, ਠੀਕ ਹੈ ਜੀ। ਤਾਂ ਇੱਕ ਹੋਰ ਤੁਹਾਨੂੰ ਇਹਦੇ ਵਿੱਚ ਕੁਐਸਚਨ ਦੱਸ ਦਿੰਦਾ ਮੈਂ, ਕਈ ਵਾਰ ਪੇਪਰ ਦੇ ਵਿੱਚ ਆਉਂਦਾ ਕਿ ਜਦੋਂ ਇਹਦੇ ਪਹਿਲੇ ਮਤਲਬ ਐਗਜ਼ੀਕਿਊਟਿਵ ਕੌਣ ਸੀਗੇ, ਇਹਦੇ ਚੇਅਰਮੈਨ ਕੌਣ ਸੀਗੇ, ਤਾਂ ਇਹ ਸੀਗੇ ਜੀ ML ਦੰਤਾਵਾਲਾ। ML ਦੰਤਾਵਾਲਾ ਇਹਦੇ ਸੀਗੇ ਜੀ ਪਹਿਲੇ ਐਗਜ਼ੀਕਿਊਟਿਵ ਸੀਗੇ। ਤੇ ਹੁਣ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਤਾਂ ਹੁਣ ਨੇ ਜੀ ਪ੍ਰੋਫੈਸਰ ਵਿਪੁਲ ਸ਼ਰਮਾ, ਪ੍ਰੋਫੈਸਰ ਵਿਪੁਲ ਪਾਲ ਸ਼ਰਮਾ, ਠੀਕ ਆ। ਹੁਣ ਇਸ ਟਾਈਮ ਦੇ ਉੱਤੇ ਜਿਹੜੇ ਨੇ, ਠੀਕ ਆ, ਇਹ ਠੀਕ ਆ CACP ਦੀ ਗੱਲ ਹੋ ਰਹੀ ਆ, ਆਪਣੀ CACP ਦੀ ਗੱਲ ਹੋ ਰਹੀ ਆ। 1965 ਦੇ ਵਿੱਚ ਇਹਦੀ ਸਥਾਪਨਾ ਹੋਈ ਸੀ। ਨੈਕਸਟ ਚੱਲੀਏ ਜੀ ਹੁਣ ਆਪਾਂ 135 ਨੰਬਰ ਕੁਐਸਚਨ ਤੇ। ਤਾਂ ਇਹੋ ਜਿਹੇ ਕੁਐਸਚਨ ਦੇ ਉੱਤੇ ਵੀ ਤੁਸੀਂ ਵਿੱਚ ਦੀ ਧਿਆਨ ਰੱਖਣਾ, ਕਿਉਂਕਿ ਇਹੋ ਜਿਹੇ ਕੁਐਸਚਨ ਕਈ ਵਾਰ ਪੁੱਛੇ ਜਾਂਦੇ ਨੇ ਪੇਪਰ ਦੇ ਵਿੱਚ। ਤਾਂ ਜੀ ਨੈਕਸਟ ਆ ਗਿਆ ਸਾਡੇ ਕੋਲੇ, ਵੈਨ ਐਕਸਪੈਂਡੀਚਰ ਐਕਸੀਡ ਟੋਟਲ ਟੈਕਸ ਰੈਵਨਿਊ ਇਟ ਇਜ਼ ਕਾਲਡ, ਮਤਲਬ ਕਿ ਜਦੋਂ ਕੁੱਲ ਖਰਚ ਜਿਹੜਾ ਹੋ ਗਿਆ, ਕੁੱਲ ਜਿਹੜਾ ਆਪਣਾ ਟੈਕਸ ਆਮਦਨ ਤੋਂ ਵੱਧ ਜਾਂਦਾ ਵਾ, ਤਾਂ ਇਹਨੂੰ ਕੀ ਕਿਹਾ ਜਾਂਦਾ। ਮਤਲਬ ਉਹੀ ਗੱਲ ਹੋ ਗਈ ਨਾ, ਮੰਨ ਲਓ ਕਿ ਤੁਹਾਡੀ ਆਮਦਨ ਹੈਗੀ ਆ ਜੀ 100 ਰੁਪਇਆ, है ना, 100 रुपया ਤੁਹਾਡੀ ਆਮਦਨ ਆ, ਤੇ ਜੇਕਰ ਤੁਹਾਡਾ ਮਤਲਬ ਕਿ ਆਪਣਾ ਜਿਹੜਾ ਕਿ ਆਪਣਾ ਤੁਹਾਡਾ ਖਰਚਾ ਹੋ ਗਿਆ, ਜਿਹੜਾ ਖਰਚਾ ਹੋ ਗਿਆ ਉਹ ਹੋ ਗਿਆ ਜੀ 120 ਰੁਪਏ। ਤਾਂ ਠੀਕ ਹੈ ਜੀ, ਵੈਨ ਐਕਸਪੈਂਡੀਚਰ ਦਾ ਮਤਲਬ ਇਹੀ ਹੋ ਗਿਆ ਨਾ ਕਿ ਖਰਚਾ, ਆ ਟੈਕਸ ਨਾ ਪੜਿਓ, ਠੀਕ ਹੈ ਜੀ, ਇਹਨੂੰ ਕਹਿ ਦਿੰਦੇ ਆ ਖਰਚਾ। ਐਕਸਪੈਂਡੀਚਰ ਜਦੋਂ ਤੁਹਾਡਾ ਖਰਚ ਜਿਹੜਾ ਹੋ ਗਿਆ ਤੇ ਉਹ ਟੋਟਲ ਟੈਕਸ ਰੈਵਨਿਊ ਤੋਂ ਤੁਹਾਡਾ ਵੱਧ ਗਿਆ, ਠੀਕ ਆ, ਤਾਂ ਉਹਨੂੰ ਕੀ ਕਹਿ ਦਿੰਦੇ ਆ ਜੀ, ਉਹਨੂੰ ਕਹਿ ਦਿੰਦੇ ਆ ਆਪਾਂ ਟੈਕਸ ਕੀ ਕਹਿੰਦੇ, ਡੈਫੀਸਿਟ ਬਜਟ ਕਹਿੰਦੇ ਆ, ਸਰਪਲਸ ਕਹਿੰਦੇ ਆ, ਬੈਲੈਂਸਡ ਕਹਿੰਦੇ ਆ, ਜਾਂ ਨਨ ਆਫ ਥੀਸ ਕਹਿੰਦੇ ਆ। ਤਾਂ ਜੇਕਰ ਤੁਸੀਂ ਬਜਟ ਪੜ੍ਹਿਆ ਵਾ ਤਾਂ ਬਜਟ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਕਿ ਕਿਹੜਾ ਸਰਪਲਸ ਬਜਟ ਹੁੰਦਾ, ਕਿਹੜਾ ਤੁਹਾਡਾ ਹੁੰਦਾ ਵਾ ਡੈਫੀਸਿਟ ਬਜਟ। ਤਾਂ ਜੀ ਇਹ ਜਿਹੜਾ ਹੁੰਦਾ ਵਾ ਡੈਫੀਸਿਟ, ਨਾ ਤੋਂ ਹੀ ਪਤਾ ਲੱਗ ਰਿਹਾ ਕਿ ਜੇਕਰ ਤੁਹਾਡਾ ਖਰਚ ਮਤਲਬ ਜਿਹੜਾ ਆਮਦਨ ਤੋਂ ਵੱਧ ਗਿਆ ਹੈ ਨਾ, ਐਕਸਪੈਂਡੀਚਰ ਤੁਹਾਡਾ ਟੋਟਲ ਟੈਕਸ ਰੈਵਨਿਊ ਤੋਂ ਵੱਧ ਗਿਆ, ਤਾਂ ਇਹ ਹੋ ਗਿਆ ਡੈਫੀਸਿਟ ਬਜਟ। ਤੇ ਜੇਕਰ ਤੁਹਾਡਾ ਐਂ ਆ ਗਿਆ ਕਿ ਹਾਂਜੀ ਜੇਕਰ ਤੁਹਾਡੇ ਕੋਲੇ ਮਤਲਬ ਕਿ ਤੁਹਾਡਾ ਖਰਚਾ 80 ਰੁਪਏ ਆ ਤੇ 100 ਰੁਪਇਆ ਤੁਹਾਡੀ ਆਮਦਨ ਆ, ਤਾਂ ਇਹਦਾ ਮਤਲਬ ਸਰਪਲਸ, ਕਿਉਂਕਿ 20 ਰੁਪਏ ਬਚ ਗਏ ਹੋਏ ਆ, ਠੀਕ ਆ। ਸੋ ਨਾਰਮਲੀ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਪੜ੍ਹ ਸਕਦੇ, ਸਿੱਧਾ ਕੁਐਸਚਨ ਇਹੋ ਜਿਹੇ ਪੁੱਛੇ ਜਾਂਦੇ ਨੇ, ਵਨ ਲਾਈਨਰ ਟਾਈਪ ਵੀ ਇਹਦੇ ਵਿੱਚ। ਤਾਂ ਜੀ ਇਹ ਚੀਜ਼ ਹੁੰਦੀ ਆ, ਤੇ ਜੇਕਰ ਮਤਲਬ ਗੌਰਮੈਂਟ ਰੈਵਨਿਊ ਦੀ ਗੱਲ ਹੁੰਦੀ ਆ, ਠੀਕ ਆ। ਤਾਂ ਜੀ ਨੈਕਸਟ ਜੇਕਰ ਆਪਾਂ ਨੂੰ ਨਾ ਕਈ ਵਾਰ ਪੇਪਰ ਦੇ ਵਿੱਚ ਆਉਂਦਾ ਵਾ ਕਿ ਹਾਂਜੀ ਬਜਟ ਲਈ ਜਾਂ ਐਨੂਅਲ ਬਜਟ ਨੂੰ ਨਾ ਆਪਣੇ ਸੰਵਿਧਾਨ ਦੇ ਵਿੱਚ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਆ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਿਹਾ ਜਾਂਦਾ, ਮੈਂ ਤੁਹਾਨੂੰ ਕਰਵਾਇਆ ਹੋਇਆ ਵਾ ਪੋਲਿਟੀ ਦੇ ਵਿੱਚ, ਠੀਕ ਆ ਜੀ। ਤਾਂ ਜੀ ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਕਹਿੰਦੇ ਆ। ਇਹਦੇ ਲਈ ਆਰਟੀਕਲ ਕਿੰਨਾ ਜੀ, ਇਹਦੇ ਲਈ ਆਰਟੀਕਲ ਹੈਗਾ ਜੀ 112, ਆਪਣੇ ਸੰਵਿਧਾਨ ਦੇ ਵਿੱਚ ਇਹ ਚੀਜ਼ 112 ਨੰਬਰ ਆਰਟੀਕਲ ਦੇ ਵਿੱਚ ਲਿਖੀ ਆ, ਐਨੂਅਲ ਫਾਈਨੈਂਸ਼ੀਅਲ ਸਟੇਟਮੈਂਟ ਦੇ ਵਿੱਚ। ਹੁਣ ਜੀ ਆਹ ਆ ਗਿਆ ਜੀ, ਦਾ GST ਇਜ਼ ਰਿਕਮੈਂਡਡ ਬਾਏ, ਠੀਕ ਹੈ, FRBM ਐਕਟ ਜਿਹੜਾ 2003 ਦੇ ਵਿੱਚ ਸਿਫਾਰਿਸ਼ ਕੀਤੀ ਸੀ GST ਦੀ, ਉਹਦੀ ਇਹਨਾਂ ਨੇ ਪੁੱਛਿਆ ਵੀ ਹਾਂਜੀ ਉਹਦੀ ਰਿਕਮੈਂਡ ਕਮੇਟੀ ਕਿਹੜੀ ਸੀ, ਜੈਤਲੀ ਟਾਸਕ ਫੋਰਸ ਸੀਗੀ, ਚਿੰਦਬਰ ਟਾਸਕ ਫੋਰਸ ਸੀ, ਕੈਲਕਰ ਟਾਸਕ ਫੋਰਸ ਸੀ, ਜਾਂ ਨਨ ਆਫ ਦੀ ਅਬਵ ਸੀਗੀ। ਸੋ ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ। ਤਾਂ ਜੀ ਕੈਲਕਰ ਟਾਸਕ ਫੋਰਸ ਸੀ ਜਿਹਦੀ ਆਪਣੀ ਰਿਕਮੈਂਡੇਸ਼ਨ ਦੇ ਉੱਤੇ ਇੰਪਲੀਮੈਂਸ਼ਨ ਕੀਤਾ ਸੀਗਾ ਆਪਣਾ GST, ਠੀਕ ਆ। ਸੋ ਬਹੁਤ ਇੰਪੋਰਟੈਂਟ ਕੁਐਸਚਨ ਵਾ, GST ਕਦੋਂ ਤੋਂ ਲਾਗੂ ਹੋਇਆ ਸੀ ਆਪਣੇ ਭਾਰਤ ਦੇ ਵਿੱਚ, 1 ਜੁਲਾਈ 2017 ਤੋਂ। ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ। ਹੁਣ ਉਹ ਕਹਿੰਦਾ ਜੀ ਹੇਠ ਦਿੱਤੇ ਵਿੱਚੋਂ ਕਿਹੜਾ ਭਾਰਤ ਦੇ ਰੈਵਨਿਊ ਦਾ ਮੁੱਖ ਸਰੋਤ ਨਹੀਂਗਾ, ਠੀਕ ਹੈ ਜੀ। ਇੰਡੀਆ ਦੇ ਮਤਲਬ ਕੁੱਲ ਰੈਵਨਿਊ ਦਾ ਮੁੱਖ ਸਰੋਤ ਕਿਹੜਾ ਨਹੀਂਗਾ, ਮੇਜਰ ਸੋਰਸ ਕਿਹੜਾ ਵਾ, ਕਿਹੜਾ ਨਹੀਂ ਕਿਹੜਾ ਹੈ। ਡਾਇਰੈਕਟ ਟੈਕਸ ਆ, ਇਨਡਾਇਰੈਕਟ ਟੈਕਸ ਆ, ਗ੍ਰਾਂਟ ਇਨ ਏਡ ਆ, ਜਾਂ ਐਗਰੀਕਲਚਰ ਆ, ਹੈਗਾ ਪੁੱਛਿਆ, ਠੀਕ ਆ। ਸੌਰੀ ਗਲਤੀ ਨਾਲ ਨਹੀਂ ਪੁੱਛਿਆ ਗਿਆ। ਸੋ ਦੱਸੋ ਜੀ ਇਹਦੇ ਲਈ ਕਿਹੜਾ ਵਾ ਮੁੱਖ ਸਰੋਤ, ਤਾਂ ਇਹ ਹੁੰਦਾ ਜੀ ਡਾਇਰੈਕਟ ਟੈਕਸ। ਡਾਇਰੈਕਟ ਟੈਕਸ ਹੋ ਗਿਆ, ਇਹਨੂੰ ਕੀ ਕਹਿ ਦਿੰਦੇ ਆ, ਇਹ ਆਪਣਾ ਇੰਡੀਆ ਦਾ, ਭਾਰਤ ਦਾ ਮਤਲਬ ਕਿ ਰੈਵਨਿਊ ਦਾ ਪ੍ਰਮੁੱਖ ਸਰੋਤ ਆ, ਠੀਕ ਆ, ਮਤਲਬ ਮੇਜਰ ਸੋਰਸ ਆ। ਜੇਕਰ ਇਹਨੂੰ ਇਹ ਨੇਚਰ ਕਿਹੜਾ ਹੁੰਦਾ, ਇਹਦਾ ਪ੍ਰੋਗਰੈਸਿਵ ਨੇਚਰ ਹੁੰਦਾ ਵਾ, ਇਹਦਾ
ਪ੍ਰੋਗਰੈਸਿਵ ਹੁੰਦਾ ਵਾ। ਜਿੱਦਾਂ ਕਿ ਇੱਕ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਇਹਦੇ ਵਿੱਚ ਡਾਇਰੈਕਟ ਟੈਕਸ ਵੀ ਤੁਹਾਨੂੰ ਦੱਸ ਦਿੰਦਾ ਕਿ ਡਾਇਰੈਕਟ ਟੈਕਸ ਕਿਹੜੇ ਹੁੰਦੇ ਨੇ। ਵੈਸੇ ਜੇਕਰ ਤੁਸੀਂ ਥੋੜਾ ਬਹੁਤ ਪੜ੍ਹਿਆ ਹੋਇਆ ਵਾ ਟੈਕਸ ਬਾਰੇ ਤਾਂ ਤੁਹਾਨੂੰ ਇਹ ਪਤਾ ਹੋਏਗਾ। ਤਾਂ ਜੀ ਡਾਇਰੈਕਟ ਟੈਕਸ ਹੁੰਦੇ ਆ ਜੀ ਕਾਰਪੋਰੇਸ਼ਨ ਟੈਕਸ। ਇਹਦੇ ਵਿੱਚ ਵੀ ਮੇਨ ਕਾਰਪੋਰੇਸ਼ਨ ਟੈਕਸ ਦੇ ਉੱਤੋਂ ਹੀ ਜ਼ਿਆਦਾਤਰ ਆਪਣੇ ਹੁੰਦਾ ਕਾਰਪੋਰੇਸ਼ਨ ਟੈਕਸ, ਠੀਕ ਆ ਜੀ। ਤਾਂ ਨੈਕਸਟ ਆ ਗਿਆ, ਜੇਕਰ ਆਪਾਂ ਗੱਲ ਕਰੀਏ ਤਾਂ ਇੰਡੀਵਿਜੂਅਲ ਟੈਕਸ ਕਾਰਪੋਰੇਸ਼ਨ ਜਾਂ ਇਨਕਮ ਟੈਕਸ ਨੂੰ ਵੀ ਆਪਾਂ ਡਾਇਰੈਕਟ ਟੈਕਸ ਕਹਿ ਦਿੰਦੇ ਆ। ਤਾਂ ਇਹ ਵੀ ਬਹੁਤ ਇੰਪੋਰਟੈਂਟ ਬਣਦਾ ਵਾ। ਤਾਂ ਇਹ ਵਾਲੀਆਂ ਚੀਜ਼ਾਂ ਨੇ, ਇਹ ਨੇ ਜਿਵੇਂ ਵੈਲਥ ਟੈਕਸ ਹੋ ਗਿਆ, ਇਹ ਵੀ ਸਾਡਾ ਆਪਣਾ ਡਾਇਰੈਕਟ ਟੈਕਸ ਦੇ ਵਿੱਚ ਆ ਜਾਂਦਾ। ਹੁਣ ਆ ਗਿਆ ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਇਨਡਾਇਰੈਕਟ ਟੈਕਸ ਕਿਹੜੇ ਹੁੰਦੇ ਨੇ। ਇਨਡਾਇਰੈਕਟ ਟੈਕਸ ਕਿਹੜੇ ਹੁੰਦੇ ਨੇ ਜੀ? ਜੀਐਸਟੀ ਇਨਡਾਇਰੈਕਟ ਟੈਕਸ ਆ, ਜਿਹੜਾ ਹੁਣ ਆਪਾਂ ਨੂੰ ਪਤਾ ਹੀ ਆ ਹਨਾ। ਵੈਟ ਜਿਵੇਂ ਸੀ, ਵੈਟ ਵੀ ਇਨਡਾਇਰੈਕਟ ਟੈਕਸ ਸੀਗਾ। ਐਗਜ਼ਾਈਜ਼ ਡਿਊਟੀ ਆ ਜਿਹੜੀ, ਉਹ ਵੀ ਆਪਣਾ ਇਨਡਾਇਰੈਕਟ ਟੈਕਸ ਆ। ਤਾਂ ਇਹ ਚੀਜ਼ਾਂ ਹੁੰਦੀਆਂ ਨੇ। ਥੋੜਾ ਐਂਟਰਟੇਨਮੈਂਟ ਟੈਕਸ ਹੋ ਗਿਆ, ਇਹ ਵੀ ਤੁਹਾਡਾ ਆਪਣਾ ਇਨਡਾਇਰੈਕਟ ਟੈਕਸ ਆ। ਇਹ ਸਾਰੇ ਇਨਡਾਇਰੈਕਟ ਟੈਕਸ ਦੇ ਵਿੱਚ ਕਾਊਂਟ ਹੁੰਦੇ ਨੇ। ਕਈ ਵਾਰ ਨਾ ਪੇਪਰ ਦੇ ਵਿੱਚ, ਜਿੱਦਾਂ ਕਿ ਹੁਣ ਐਗਜ਼ਾਈਜ਼ ਇੰਸਪੈਕਟਰ ਦਾ ਪੇਪਰ ਆਊਗਾ, ਕਈ ਵਾਰ ਨਾ ਉਹ ਸਿੱਧਾ, ਜ਼ਰੂਰੀ ਨਹੀਂ ਕਿ ਜੇ ਤੁਹਾਡਾ ਟੈਕਸੇਸ਼ਨ ਸਿਸਟਮ ਨਹੀਂ ਦਿੱਤਾ ਹੋਇਆ ਤਾਂ ਤੁਹਾਨੂੰ ਟੈਕਸੇਸ਼ਨ ਸਿਸਟਮ ਚੋਂ ਕੁਐਸਚਨ ਨਹੀਂ ਆਊਗਾ। ਇਹ ਬੇਸਿਕ ਕੁਐਸਚਨ ਇਹ ਆਉਂਦੇ ਨੇ ਪੇਪਰਾਂ ਦੇ ਵਿੱਚ, ਠੀਕ ਆ। ਪਿਛਲੇ ਪੇਪਰਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਅਲੱਗ-ਅਲੱਗ ਪੇਪਰਾਂ ਦੇ ਵਿੱਚ, ਕਈ ਵਾਰ ਪੇਪਰ ਦੇ ਵਿੱਚ ਪੀਪੀਐਸਸੀ ਦੇ ਪੇਪਰ ਦੇ ਵਿੱਚ ਵੀ ਇਹ ਚੀਜ਼ ਪੁੱਛੀ ਜਾਂਦੀ ਹੈ ਕਿ ਕਿਹੜਾ ਡਾਇਰੈਕਟ ਟੈਕਸ ਆ, ਕਿਹੜਾ ਇਨਡਾਇਰੈਕਟ ਟੈਕਸ ਆ, ਕਿਉਂਕਿ ਇਹ ਬੇਸਿਕ ਨੌਲੇਜ ਆ। ਆਪਾਂ ਪੂਰਾ ਨਹੀਂ ਟੈਕਸੇਸ਼ਨ ਸਿਸਟਮ ਪੜ੍ਹਨਾ, ਪਰ ਆਪਾਂ ਨੂੰ ਬੇਸਿਕ ਨੌਲੇਜ ਤਾਂ ਪਤਾ ਹੋਣੀ ਚਾਹੀਦੀ ਹੈ ਨਾ ਉਹ ਚੀਜ਼ ਦੀ। ਤਾਂ ਇਹ ਚੀਜ਼ ਆ, ਠੀਕ ਆ। ਤਾਂ ਜੀ ਇਹ ਹੋ ਗਿਆ ਆਪਣਾ 137 ਨੰਬਰ ਕੁਐਸਚਨ ਦਾ ਆਪਣਾ ਆਨਸਰ ਆਪਾਂ ਕਰ ਲਿਆ ਹੋਇਆ। ਇਹ ਆਨਸਰ ਬਣਦਾ, ਠੀਕ ਹੈ। ਡਾਇਰੈਕਟ ਟੈਕਸ ਤੋਂ ਸਭ ਤੋਂ ਵੱਧ ਰੈਵਨਿਊ ਜਨਰੇਟ ਹੁੰਦਾ ਇੰਡੀਆ ਨੂੰ। ਤਾਂ ਜੀ ਨੈਕਸਟ ਆ ਗਿਆ ਜੀ, ਵਿਚ ਆਫ ਦਾ ਫੋਲੋਇੰਗ ਕਨਸਟੀਟਿਊਸ਼ਨਲ ਅਮੈਂਡਮੈਂਟ ਗਵਰਨ ਜੀਐਸਟੀ ਐਕਟ। ਬਹੁਤ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਕਰਵਾਇਆ ਹੋਇਆ ਵਾ। 103ਵੀਂ ਅਮੈਂਡਮੈਂਟ ਸੀ, 122ਵੀਂ ਸੀ, 104ਵੀਂ ਸੀ ਜਾਂ 101ਵੀਂ ਅਮੈਂਡਮੈਂਟ ਸੀ। ਤਾਂ ਜੀ ਇਹਦਾ ਸਿੱਧਾ ਆਪਣਾ ਕੁਐਸਚਨ ਬਣਦਾ ਪਿਆ। ਇਹ ਮੇਰਾ ਤੁਹਾਨੂੰ ਕਰਾਇਆ 101ਵੀਂ ਅਮੈਂਡਮੈਂਟ ਸੀਗੀ, ਜਿਹਦੇ ਵਿੱਚ ਕਿ ਇਹ ਕਨਸਟੀਟਿਊਸ਼ਨ ਅਮੈਂਡਮੈਂਟ ਦੇ ਵਿੱਚ ਇਹਦੇ ਥਰੂ, ਠੀਕ ਆ ਜੀ, ਇਹੀ ਐਕਟ ਦੇ ਥਰੂ ਜੀਐਸਟੀ ਲਾਗੂ ਹੋਇਆ ਸੀ, ਜਿਹੜਾ ਕਿ 1 ਜੁਲਾਈ 2017 ਤੋਂ ਆਪਣੇ ਭਾਰਤ ਦੇ ਵਿੱਚ ਲਾਗੂ ਹੋ ਗਿਆ ਸੀ। ਤੇ ਪਹਿਲਾ ਜੀਐਸਟੀ ਸੌਫਟਵੇਅਰ, ਕਈ ਵਾਰ ਪੁੱਛ ਲੈਂਦੇ ਹੁੰਦੇ ਆ, ਕਲੀਅਰ ਟੈਕਸ ਪਹਿਲਾ ਜੀਐਸਟੀ ਸੌਫਟਵੇਅਰ ਸੀਗਾ, ਠੀਕ ਆ ਜੀ। ਤਾਂ ਇਹ ਚੀਜ਼ਾਂ ਇਨਡਾਇਰੈਕਟ ਟੈਕਸ ਆ ਜੀਐਸਟੀ, ਉਹ ਮੈਂ ਤੁਹਾਨੂੰ ਪਹਿਲਾਂ ਹੀ ਕਰਵਾਤਾ। ਇਹਨੂੰ ਨਾ 17 ਸਾਲ ਲੱਗੇ ਨੇ ਜੀ ਜੀਐਸਟੀ ਨੂੰ ਇੰਪਲੀਮੈਂਟ ਹੋਣ ਲਈ। 2000 ਸਨ ਦੇ ਵਿੱਚ ਨਾ ਇਹਨੂੰ ਸ਼ੁਰੂ ਕਰਵਾਇਆ ਸੀ। ਮਤਲਬ ਇਹਦੀਆਂ ਅਲੱਗ-ਅਲੱਗ ਜਿਵੇਂ ਕਮੇਟੀ ਨਿਯੁਕਤ ਹੁੰਦੀ ਸੀ, ਤਾਂ ਹੌਲੀ-ਹੌਲੀ ਕਰਦੇ 17 ਸਾਲਾਂ ਬਾਅਦ ਜੀਐਸਟੀ ਨੂੰ ਮਨਜ਼ੂਰੀ ਮਿਲ ਗਈ ਤੇ ਜੀਐਸਟੀ ਆਪਣੇ ਲਾਗੂ ਹੋ ਗਿਆ। ਹੁਣ ਕਈ ਵਾਰ ਨਾ ਪੁੱਛਿਆ ਜਾਂਦਾ ਪੇਪਰ ਦੇ ਵਿੱਚ, ਤੁਹਾਨੂੰ ਘੁਮਾਉਣ ਲਈ ਪੁੱਛਿਆ ਜਾਊਗਾ, 101ਵਾਂ ਜਿਹੜਾ ਅਮੈਂਡਮੈਂਟ ਬਿੱਲ ਹੁੰਦਾ, 101ਵਾਂ ਹੈਗੀ ਆ ਅਮੈਂਡਮੈਂਟ ਜਿਹਦੇ ਥਰੂ ਕਿ ਐਕਟ ਬਣਿਆ, ਇਹਨੂੰ ਐਕਟ ਕਹਿ ਦਿੰਦੇ ਆ, ਠੀਕ ਆ। ਇਹ 101 ਫਸਟ ਅਮੈਂਡਮੈਂਟ ਦੇ ਥਰੂ ਜੀਐਸਟੀ ਐਕਟ ਬਣਿਆ ਵਾ। ਜੇਕਰ ਤੁਹਾਨੂੰ ਪੇਪਰ 'ਚ ਪੁੱਛਿਆ ਕਿ ਇਹ ਬਿੱਲ ਕਿਹੜਾ ਸੀ, ਬਿੱਲ, ਠੀਕ ਹੈ ਜੀ। ਬਿੱਲ ਆਪਾਂ ਨੂੰ ਸਾਰਿਆਂ ਨੂੰ, ਮੈਂ ਤੁਹਾਨੂੰ ਪੜ੍ਹਾਇਆ ਹੋਇਆ ਕਿ ਜਦੋਂ ਪਹਿਲਾਂ ਇੱਕ ਬਿੱਲ ਹੁੰਦਾ, ਬਿੱਲ ਲੋਕ ਸਭਾ ਰਾਜ ਸਭਾ ਦੇ ਵਿੱਚ ਹੁੰਦਾ ਵਾ, ਅਪਰੂਵ ਹੁੰਦਾ ਵਾ, ਫਿਰ ਜਾ ਕੇ ਉਹ ਐਕਟ ਬਣਦਾ ਹੁੰਦਾ ਵਾ, ਜਦੋਂ ਬਾਅਦ ਵਿੱਚ ਪ੍ਰੈਜ਼ੀਡੈਂਟ ਵਿੱਚ ਐਸੈਂਟ ਦੇ ਦਿੰਦਾ ਵਾ ਆਪਣੀ। ਤਾਂ ਇਹੀ ਚੀਜ਼ ਆ ਕਿ 122ਵਾਂ ਅਮੈਂਡਮੈਂਟ ਬਿੱਲ ਸੀਗਾ, 101 ਅਮੈਂਡਮੈਂਟ ਐਕਟ ਸੀਗਾ। ਬਸ ਦੋ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ। ਹੋਰ ਤੀਜੀ ਚੀਜ਼ ਤੁਹਾਨੂੰ ਬਿਲਕੁਲ ਵੀ ਇਹਦੇ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਗਈ। ਨੈਕਸਟ ਚੱਲਦੇ ਹਾਂ ਜੀ ਹੁਣ ਆਪਾਂ 139 ਨੰਬਰ ਕੁਐਸਚਨ ਤੇ। ਹਾਂ ਜੀ, ਜੀਐਸਟੀ ਕੌਂਸਲ ਦੇ ਪੇਪਰ ਦੇ ਵਿੱਚ ਆਊਗਾ ਕਿ ਜੀਐਸਟੀ ਕੌਂਸਲ ਦੇ ਮੈਂਬਰ ਕਿਹੜੇ-ਕਿਹੜੇ ਹੋ ਸਕਦੇ ਨੇ। ਇਹ ਯੂਨੀਅਨ ਫਾਈਨੈਂਸ ਮਿਨਿਸਟਰ, ਦਾ ਯੂਨੀਅਨ ਮਿਨਿਸਟਰ ਆਫ ਸਟੇਟ ਇਨ ਚਾਰਜ ਆਫ ਰੈਵਨਿਊ ਆਫ ਫਾਈਨੈਂਸ ਹੂ ਵਿਲ ਬੀ ਦਾ ਮੈਂਬਰ ਆਫ ਦਾ ਕੌਂਸਲ, ਯੂਨੀਅਨ ਮਿਨਿਸਟਰ ਆਫ ਸਟੇਟ ਇਨ ਚਾਰਜ ਆਫ ਦਾ ਔਰ ਫਾਈਨੈਂਸ, ਠੀਕ ਹੈ ਜੀ। ਸੋ ਇਹ ਆ ਗਿਆ ਜੀ A ਓਨਲੀ, B ਓਨਲੀ, B ਐਂਡ C ਓਨਲੀ ਜਾਂ ਸਾਜ, ਦੱਸੋ ਜੀ। ਤਾਂ ਜੀ ਕਿਹੜੀ ਇਹਦੇ ਵਿੱਚ ਆਪਸ਼ਨ ਬਿਲਕੁਲ ਸਹੀ ਬਣਦੀ ਹੈ, ਠੀਕ ਆ ਜੀ। ਸੋ ਇਹ ਸਾਰੀ ਤਿੰਨੇ ਆਪਸ਼ਨਾਂ ਆਪਣੀਆਂ ਉੱਪਰ ਵਾਲੀਆਂ ਸਹੀ ਬਣਦੀਆਂ ਨੇ। ਹੁਣ ਇਹਦੇ ਵਿੱਚ ਦੇਖੋ, ਇੱਕ ਚੀਜ਼ ਤੁਹਾਡੀ ਸਮਝਣ ਵਾਲੀ ਗੱਲ ਆ ਕਿ ਇਹਦੇ ਵਿੱਚ ਜੇਕਰ ਆਪਾਂ ਨੂੰ ਪੁੱਛਿਆ ਨਿਰਮਲਾ ਸੀਤਾਰਮਨ ਆ, ਨਿਰਮਲਾ ਸੀਤਾਰਮਨ ਜਿਹੜੇ ਫਾਈਨੈਂਸ ਮਿਨਿਸਟਰ ਹੁੰਦੇ ਨੇ ਨਾ, ਉਹ ਜੀਐਸਟੀ ਕੌਂਸਲ ਦੇ ਆਪਣੇ ਚੇਅਰਮੈਨ ਹੁੰਦੇ ਨੇ, ਠੀਕ ਆ, ਚੇਅਰਮੈਨ ਹੁੰਦੇ ਨੇ ਨਿਰਮਲਾ ਸੀਤਾਰਮਨ। ਤਾਂ ਪੇਪਰ ਦੇ ਵਿੱਚ ਕਈ ਵਾਰ ਇਹ ਚੀਜ਼ ਡਾਇਰੈਕਟ ਤੁਹਾਨੂੰ ਘੁਮਾ ਕੇ ਪੁੱਛਿਆ ਜਾਊਗਾ। ਇੱਕ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਜੀਐਸਟੀ ਕੌਂਸਲ, ਹੁਣ ਤੁਹਾਨੂੰ ਆਪਾਂ ਚੰਗੀ ਤਰ੍ਹਾਂ ਕਰਵਾਈ ਦਿੰਦੇ ਆ, ਠੀਕ ਆ। ਜੀਐਸਟੀ ਕੌਂਸਲ ਦੇ ਜੇਕਰ ਮੈਂਬਰ ਪੁੱਛਿਆ ਜਾਵੇ ਤਾਂ 33 ਮੈਂਬਰ ਹੁੰਦੇ ਨੇ ਜੀ ਟੋਟਲ, ਠੀਕ ਆ ਜੀ। ਇੱਕ ਨੰਬਰ ਦੇ 2 ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਹੁੰਦੇ ਨੇ, ਠੀਕ ਆ, ਕੇਂਦਰ ਸਰਕਾਰ ਵੱਲੋਂ ਆਪਾਂ ਕਹਿ ਸਕਦੇ ਹਾਂ, ਠੀਕ ਆ। ਤਾਂ ਇੱਕ ਤਾਂ ਇਹਦੇ ਵਿੱਚ ਹੈਗਾ ਨਿਰਮਲਾ ਸੀਤਾਰਮਨ ਹੋ ਗਏ, ਇੱਕ ਯੂਨੀਅਨ ਮਿਨਿਸਟਰ ਆਫ ਦਾ ਸਟੇਟ ਇਨ ਚਾਰਜ ਜਿਵੇਂ ਆ ਗਿਆ, ਠੀਕ ਆ। ਤਾਂ ਉਹਨਾਂ ਦਾ ਨਾਮ ਕੀ ਆ ਜੀ? ਉਹਨਾਂ ਦਾ ਨਾਮ ਹੈਗਾ ਵਾ ਜੀ ਸ਼ਾਇਦ ਸ਼ਰਮਾ ਕਰਕੇ ਆ ਕੋਈ, ਸ਼੍ਰੀ ਪੰਕਜ ਸ਼ਰਮਾ। ਹਾਂਜੀ, ਪੰਕਜ ਸ਼ਰਮਾ ਨੇ, ਜਿਹੜੇ ਕਿ ਯੂਨੀਅਨ ਸਟੇਟ ਮਿਨਿਸਟਰ ਇਨ ਚਾਰਜ ਨੇ, ਠੀਕ ਹੈ। ਨਿਰਮਲਾ ਸੀਤਾਰਮਨ ਇਹਦੇ ਇਹ 2 ਮੈਂਬਰ ਤਾਂ ਹੋ ਗਏ। ਇਹ ਹੁਣ ਇਹ 3 ਮੈਂਬਰ ਹੁੰਦੇ ਨੇ। ਤਾਂ ਜੀ 3 ਮੈਂਬਰ ਯੂਟੀ ਦੇ ਹੁੰਦੇ ਆ। ਹੁਣ ਜੇਕਰ ਤੁਹਾਨੂੰ ਪੁੱਛਿਆ ਜਾਵੇਗਾ ਜੀਐਸਟੀ ਕੌਂਸਲ ਦੀ, ਜੇਕਰ ਆਪਾਂ ਨੂੰ ਪੁੱਛਿਆ ਜਾਵੇ ਕਿ ਜੀਐਸਟੀ ਕੌਂਸਲ ਦੇ ਆਪਣਾ ਆਰਟੀਕਲ ਕਿਹੜਾ ਜੀ? 279A ਆਰਟੀਕਲ ਆ ਜਿਹੜਾ ਸਾਡਾ, 279A ਜੀਐਸਟੀ ਕੌਂਸਲ ਲਈ ਐਕਟ ਆਰਟੀਕਲ ਆ, ਠੀਕ ਹੈ। ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆ ਸਕਦਾ ਵਾ। ਹੁਣ ਇੱਕ ਚੀਜ਼ ਹੋਰ ਯਾਦ ਰੱਖਿਓ ਕਿ ਪੰਜਾਬ ਦਾ ਜੇਕਰ ਆਪਾਂ ਨੂੰ ਆਵੇ ਨਾ, ਕਿ ਪੰਜਾਬ ਦਾ ਜਿਹੜਾ ਆਪਣਾ ਵਾ, ਪੰਜਾਬ ਦੇ ਫਾਈਨੈਂਸ ਮਿਨਿਸਟਰ ਕੌਣ ਨੇ? ਪੰਜਾਬ ਦੇ ਫਾਈਨੈਂਸ ਮਿਨਿਸਟਰ ਇਸ ਟਾਈਮ ਹੈਗੇ ਨੇ ਜੀ ਹਰਪਾਲ ਚੀਮਾ। ਯਾਦ ਰੱਖਿਓ, ਇਹ ਚੀਜ਼ਾਂ ਇੰਪੋਰਟੈਂਟ ਬਣਦੀਆਂ ਨੇ ਪੇਪਰ ਦੇ ਵਿੱਚ।
डायरैक्ट यह जे क्वेश्चन पूछे जाते हैं। नैक्सट चलते हैं जी हुण आपां नैक्सट क्वेश्चन ते। हुण जी नीति आयोग के क्वेश्चन आ गया, इन्हां चों पुछा जी चेयरमैन कौन आ जी नीति आयोग का। मैं तुहानूं बहुत बार ये चीज़ करवाई हुई है कि नीति आयोग का चेयरमैन हमेशा प्राइम मिनिस्टर होगा, ठीक है। प्राइम मिनिस्टर हैगा वा अपना चेयरमैन नरेंद्र मोदी हो गया। सुमन बेरी कौन ने, ये तुहानूं मैं MCQ भी पाया सी, वाइस चेयरपर्सन ने यह नीति आयोग के, वाइस चेयरपर्सन ने यह नीति आयोग के। जेकर आपां परमेश्वरन अय्यर कौर ने, यह नीति आयोग के न्यू CEO ने, ठीक है। ये तीन चीज़ां पॉइंट तुहानूं याद होने चाहिए जी। 141 नंबर क्वेश्चन ते आ गए जी आपां कि भारत विच मॉनिटरी पॉलिसी आ जिहड़ी इन दी इंडिया इज फ्रेम्ड बाय मॉनिटरी RBI, मिनिस्ट्री ऑफ फाइनेंस, मिनिस्ट्री ऑफ कॉरपोरेट अफेयर्स एंड प्लैनिंग कमीशन। तो जी मॉनिटरी पॉलिसी फ्रेम करने का सारा अपना क्रेडिट जाता वा जी RBI ही यह करती है तैयार। ज़्यादातर ना किते भी तुहानूं इस तरह का मॉनिटरी शब्द लिखा दिख जाए, उहदे विच्चों 80-85% RBI दे नाल ही तालुकात हुंदा वा वो ज़्यादातर, मतलब ठीक है। तो जी ये चीज़ आ गया। तो जेकर तुहानूं पेपर दे विच RBI तो मैं तुहानूं बहुत बार करवाया कि 1935 च इहदी स्थापना हुई सी, 1949 च इहदा राष्ट्रीयकरण होया सी, हिल्टन यंग कमीशन की सिफारिश के उत्ते RBI की स्थापना हुई सी, 1934 एक्ट के थ्रू स्थापित होया सी। सो ये सारियां चीज़ां तो तुसीं नोट कीतियां ही होणगियां इस तो पहला। हाँ जी GDP का मतलब वट इज़ द ग्रॉस डोमैस्टिक प्रोडक्ट। देखो जी द टोटल वैल्यू, हम देख लो जी इनू तुसीं पढ़ लो, आपां तुहानूं पढ़ के नहीं सुणावांगे, सीधा आंसर दसूंगा मैं तुहानूं कि GDP उन्होंने पूछा कि की हुंदा वा। देखो तुसीं जेकर तुसीं पढ़ रहे हो तो तुहानूं यह चीज़ पता होनी चाहिए है कि GDP की हुंदा वा। तो जी ये बनता जी अपना GDP इज द मॉनिटरी वैल्यू ऑफ द फाइनल गुड्स एंड सर्विसेज प्रोड्यूस विद इन ए जियोग्राफिकल बाउंड्री ऑफ द कंट्री ड्यूरिंग ए स्पैसीफिक पीरियड ऑफ द टाइम। बस डी आंसर बनता, मतलब GDP एक साल दे विच एक निश्चित समय दौरान किसी देश दीयां भूगोलिक सेवावां, ठीक है, जियोग्राफिकल बाउंड्री के अंदर पैदा होने वालियां कोई भी गुड्स एंड सर्विसेज का मॉनिटरी वैल्यू हुंदी है, ठीक है। बस ये चीज़ याद हो गया। GDP जो आपां इहदा टॉपिक करांगे, वैसे तुसीं कर रहे होंगे, जो आपां करांगे तो तुहानूं पूरी चंगी तरह यह चीज़ आपां समझाउण दी कोशिश करांगे कि GDP की हुंदी आ, ठीक है जी, नैशनल इनकम की हुंदी आ, GNP की हुंदी आ, सारा आपां करन दी कोशिश करांगे। तो जी हुण नैक्सट आ गया जी फाइनल अप्रूवल, जी 5 ईयर प्लान की फाइनल अप्रूवल कौन दिंदा सीगा। ये भी बहुत बार पेपर दे विच पुछ चुके हैं कि इसकी फाइनल अप्रूवल कौन दिंदा सी, नीति आयोग, प्रेजिडेंट ऑफ इंडिया, NDC या मिनिस्ट्री ऑफ फाइनेंस। बिल्कुल सही जी, इसका करैक्ट आंसर बनता वा जी NDC, मतलब कि नैशनल डिवेलपमेंट कौंसल आ जी, ये अपनी इहनूं अंतिम प्रवानगी दिंदे सीगा, फाइनल अप्रूवल लई ही NDC बनी हुई सी। तो ये काम हुंदा सीगा। तो NDC की स्थापना कदों हुई सी जी 1952 दे विच इहदी स्थापना हुई सी। एग्जीक्यूटिव बॉडी सीगी ये, ठीक है, ये एग्जीक्यूटिव बॉडी सी। तो बहुत इंपॉर्टेंट क्वेश्चन बनते हैं ये। हाँ जी भारत की पहली 5 साला योजना द मेन ऑब्जेक्टिव ऑफ द फर्स्ट 5 ईयर प्लान ऑफ इंडिया वाज, मतलब पहला मेन ऑब्जेक्टिव कौन सी, डेवलपमेंट ऑफ इंफ्रास्ट्रक्चर, डेवलपमेंट ऑफ पोर्ट्स, डेवलपमेंट ऑफ द इंडस्ट्री एंड डेवलपमेंट ऑफ द एग्रीकल्चर। वैसे तो काफ़ी सारे ऑब्जेक्टिव सीगे ये, मतलब जी जो अपनी पहली 5 साली योजना 1951 ਦੇ ਵਿੱਚ शुरू हुई सी, पर ਇਹਦਾ मेन ऑब्जेक्टिव ਕਿਹੜਾ ਸੀ, डेवलपमेंट ऑफ द एग्रीकल्चर, ठीक है जी। प्राइमरी सैक्टर्स के उत्ते मतलब कि इन्होंने मेन फोकस दिता होया सी। कई बार पेपर च तुहानूं प्राइम एग्रीकल्चर की जगह ना प्राइमरी सैक्टर लिखा भी आ सकता, तो वह भी सही होगा, ठीक है। तो जी NDC हू इज़ द प्रेजिडेंट ऑफ द नैशनल डिवेलपमेंट कौंसल, वाइस प्रेजिडेंट, RBI गवर्नर, होम मिनिस्टर या प्राइम मिनिस्टर। तो बिल्कुल सही जी, प्राइम मिनिस्टर इसका प्रेजिडेंट। तो जी 11th ਜਿਹੜਾ 5 ईयर प्लान ਸੀਗਾ, ठीक है, 146 नंबर क्वेश्चन ਤੇ आ गए। 11th 5 ईयर प्लान ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਕੀ ਸੀ, ਠੀਕ ਹੈ ਜੀ, ਮਤਲਬ ਉਹਦਾ ਉਦੇਸ਼ ਕੀ ਸੀਗਾ ਮੇਨ। ਤਾਂ ਜੀ ਆਪਣਾ ਹੋ ਗਿਆ ਇਹ ਇਰੀਡੀਕੇਸ਼ਨ ਆਫ ਰੀਜਨਲ ਇੰਬੈਲੈਂਸ, ਫੂਡ ਵਰਕ ਐਂਡ ਪ੍ਰੋਡਕਟਿਵਿਟੀ, ਇਨਕਲੂਸਿਵ ਗਰੋਥ ਆਫ ਇਨ ਆਲ ਸੈਕਟਰ, ਦਾ ਐਰੀਡਿਕਟਰੀ ਆਫ ਪੋਵਰਟੀ। ਤਾਂ ਜੀ 2007 ਤੋਂ ਲੈ ਕੇ 12 ਤੱਕ ਆਇਆ ਸੀ ਇਹ। ਵੈਸੇ ਮੈਂ ਤੁਹਾਨੂੰ ਲਿਸਟ ਸਾਂਝੀ ਕੀਤੀ ਹੋਈ ਹੈ ਇੱਕ ਪੋਲਿਟੀ ਦੀ ਆਪਣੀ ਨॉन ਕਨਸਟੀਟਿਊਸ਼ਨਲ ਬੋਡੀਜ਼ ਤੋਂ, ਤਾਂ ਇਹ ਕਰ ਲਿਓ, ਠੀਕ ਹੈ। ਇੱਕ ਵਾਰੀ ਇੰਪੋਰਟੈਂਟ ਬਣਦਾ, ਕਈ ਵਾਰ ਸਿੱਧਾ ਪਲਾਨ ਤੇ ਪੁੱਛ ਲੈਂਦੇ ਹੁੰਦੇ ਆ ਕਿ ਦੱਸੋ ਜੀ 11ਵਾਂ 5 ਈਅਰ ਪਲਾਨ ਕਿੰਨਾ ਸੀ, 7ਵਾਂ ਕਿਹਵਾਂ ਸੀ, 6ਵਾਂ ਕਿਹਵਾਂ ਸੀ, 5ਵਾਂ ਕਿਹਵਾਂ ਸੀ। ਤਾਂ ਜੀ ਇਹਦਾ ਸਹੀ ਆਨਸਰ ਬਣਦਾ ਜੀ C, ਠੀਕ ਹੈ ਜੀ। ਇਹਨਾਂ ਨੇ ਇਨਕਲੂਸਿਵ ਆਪਣਾ ग्रोथ, तो यह की बनता इनकलूसिव ग्रोथ इन ऑल सैक्टर्स। तो ये बहुत इंपॉर्टेंट, मतलब इन्हें कहते हैं टूवर्ड फास्टर एंड मोर इनकलूसिव ग्रोथ यदा बनता वा। तो नैक्सट चलते हैं जी आप। तो एनुअल प्लान एंड द पीरीयड ऑफ द एनुअल प्लान का पीरीयड की सी, ठीक है जी, जो शुरू कदों होया सी, मतलब वैसे तो एनुअल प्लान होर बहुत सी, शुरू पूछा उन्होंने कदों सी 1964 तो 66, 66 तो 67 तो अपना 68 69, 62 तो 65, 66 तो 68 या 1960 तो 64 तो 1967 तो 68। तो यह बिल्कुल सही आंसर बनता जी 1966 67 तो लैके 1968 69 तक ये अपने
हॉलीडे प्लान, इन्हों आप हॉलीडे प्लान भी कह देंगे जी, ठीक है जी, हॉलीडे प्लान, ठीक है। 1966 67 तो 1968 69 का बिल्कुल सही आंसर बनता प्लान ऑफ हॉलीडे। हुण वो कहता जी हू वाज द लास्ट डेपूटी चेयरमैन ऑफ द प्लैनिंग कमीशन, प्लैनिंग कमीशन का आखिरी मतलब कि अपन क्वेश्चन पूछा उन्होंने कि चेयरमैन कौन सीगा, 2014 की गल हो रही है जो मतलब नीति आयोग ने रिप्लेस कर लिया सी प्लैनिंग कमीशन को। श्री RP सिंह, श्री श्यामल घोष ते नैक्सट अपना श्री विनय कोहली या श्री मोंटेक सिंह आलूवालिया, बिल्कुल सही जी, श्री मोंटेक सिंह आलूवालिया लास्ट डेपूटी चेयरमैन सीगे प्लैनिंग कमीशन के। दुनिया विच पहली 5 साला योजना किने शुरू की, हुण वैसे पूछ रहे हैं कि हाँ जी पहली 5 साल, कई बार पेपर च आउंदा कि हाँ जी दुनिया दे विच पहली 5 साली योजना कदों शुरू हुई सी, 5 साली जो पहली भी नहीं कह सकते आपां, ठीक है, इनू आपां कह सकते 5 ईयर प्लान किने इंप्लीमेंट कीता सी, तां इह कीता सी, कई बार पेपर च आउंदा कि फादर ऑफ द 5 ईयर प्लान्स दे किनू कहा जांदा, तां इह कहंदे आ जी यूसुफ स्टैलिन नू कहंदे आ, ठीक है। बहुत बार पेपर दे विच ये चीज़ पूछी जा चुकी है, तो बहुत 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 इंपॉर्टेंट बनता। ये शायद 1928 या 29 दे विच इन्होंने यूसुफ स्टैलिन ने USSR अपना USSR दे विच इंट्रोड्यूस की थी। तो पहला देश सीगा आ लो जी 1928 दे विच कीती सी, ठीक है, पहली 5, इस तो बाद शायद चाइना ने कीता सी, ठीक है। यूसुफ स्टैलिन नू ही फादर ऑफ द 5 ईयर प्लान्स कहा जाता। किहड़ी 5 साला योजना विच मतलब कि इन्हां दे विच ओह पुछ रहे हैं कि पहली 5 साल योजना जिहड़ी हुई सी, फर्स्ट 5 ईयर प्लान होया सी, इहदे विच किहड़ा इकनॉमिक मॉडल जिहड़ा फॉलो किया गया सी, एग्रीगेट प्रोडक्शन फंक्शन या बेसिक ग्रोथ मॉडल, द हैरोल्ड डोमर मॉडल या द न्यू क्लासिकल ग्रोथ मॉडल। तो यह पेपर दे विच आया होया क्वेश्चन आ, PSSB भी पूछ चुका वा 2021 ये वाला क्वेश्चन। तो जी किहड़ा इकनॉमिक्स मॉडल सीगा जिहड़ा फर्स्ट 5 ईयर प्लान दे विच, द हैरोल्ड डोमर मॉडल कर लियो, ठीक है जी। ये पहली 5 साला योजना, हुण इन्हां दे विचों ना जो फर्स्ट 5 ईयर प्लान होया सी, इन्हां चों कहंदे जी किहड़ा सिंचाई दा प्रोजैक्ट, इरीगेशन प्रोजैक्ट स्टार्ट होया सी, भाखड़ा होया सी, ब्यास होया सी, बिमला होया सी जां चंबला होया सी। तो जी बिल्कुल सही जी, ये भाखड़ा बिल्कुल सही आंसर बनता, जो अपना पहला 5 ईयर प्लान चल रहा सी उस टाइम के उत्ते जदों इहदी ओह हुई सी, ठीक है। तो नैक्सट चलते हैं जी हुण आपां हुण जी नैक्सट क्वेश्चन आ जी इन्हां दे विचों किहड़ी 5 साला योजना विच उच्च सिक्ख्या मतलब कि हायर एजुकेशन की विधानक संस्था की स्थापना की गई सी, किहड़ी स्टैचूएटरी बॉडी की स्थापना की गई सी, UGC की कीती सी जिन्हों आपां यूनीवर्सिटी ग्रांट कमीशन कहने आ, ऑल इंडिया काउंसल ऑफ टैक्नीकल एजुकेशन की कीती सी, मैडिकल काउंसल ऑफ इंडिया की कीती सी, तां नैशनल काउंसल फॉर टीचर एजुकेशन की कीती सी। तो बिल्कुल सही जी, ये कीती सी जी अपनी ये आंसर सही बनूगा जी, यूनीवर्सिटी ग्रांट कमीशन जिन्हों आपां UGC भी कह दिंदे आ, ठीक है। ये भी अपनी पहले 5 साली योजना के शुरू हुई सी, ठीक है, पेपर के ये चीज़ पूछी जाती है। 153 नंबर क्वेश्चन ते आ गया जी, कहता जी दूजी 5 साला योजना के किहड़े आर्थिक मॉडल की पालना की, किहड़े इकनॉमिक्स मॉडल की पालना की सी जो दूजा 5 ईयर प्लान होया सी, ठीक है, 1956 के रोमर ग्रोथ मॉडल या अपना नैक्सट क्लासिकल मॉडल या स्टैटिस्टिक्स डे मनाया जाता वा, ठीक है, 29 जून। तो बहुत 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 इंपॉर्टेंट क्वेश्चन बनता है दूजी 5 साला योजना मॉडल। तो जी नैक्सट है जी किहड़ी 5 साला योजना ने भारतीय रुपए के मुल दे विच गिरावट देखी पहली बारी, ठीक है, पहली बार विच 5 ईयर प्लान सॉ द डीवैल्यूएशन ऑफ द इंडियन रुपीज़ फर्स्ट सैकेंड थर्ड या फोर्थ। तो जी ये बिल्कुल सही आंसर बनता वा जी कि डीवैल्यूएशन जी रुपीज़ सीगी ये हुई सी जी तीजी 5 साला योजना के पहली बार देखने को मिली सी, ठीक है। उस तो बाद भी ये अगे जाके थोड़ी हुई सी, ठीक है। सो उस टाइम के दौरान आप देखा 1962 के इंडिया चाइना वार हुई सी, 1965 के इंडिया पाकिस्तान वार हुई सी। तो ये चीज़ां अपने तीजी 5 साला योजना के दौरान ही हुई सी, जिदे करके ये ज़्यादा सफल नहीं सी रही, ठीक है जी। सो आ देखो जी वैल्यू ऑफ द इंडियन रुपीज़ सॉ डिवैल्यूएशन फॉर द फर्स्ट टाइम इन 1966 इन प्लान ऑफ हॉलीडे इंडिया डिक्लेयर डिवैल्यूएशन ऑफ रुपीज़, प्लान ऑफ हॉलीडे दे विच इंडिया ने डिक्लेयर करती सी। उस तो बाद जो 3 साला प्लान आया सी कि उहदे विच उन्होंने कहता कि हाँ भी डिवैल्यूएशन ऑफ रुपी हो गई हुई आ। 1968 तो बाद किहड़ी सरकार ने रोलिंग योजना पेश की थी, रोलिंग प्लान 1978 तो बाद, जनता पार्टी अपनी इंडियन नैशनल पार्टी, कम्यूनिस्ट पार्टी या नैशनल पीपल्स पार्टी। तो यह बिल्कुल सही आंसर बनता जी जनता पार्टी आ गई सी उस तो बाद, क्योंकि 75 के एमरजेंसी लगी सी, एमरजेंसी तो बाद की होया सी, तो उस तो बाद एमरजेंसी तो बाद इन्होंने मतलब जनता पार्टी आई सी, तो उस तो बाद इन्होंने की किया 1978 के जेकर आप गल करिए तो एक जोड़े अपने एक साली रोलिंग प्लान इंट्रोड्यूस किए थे। तो ये चीज़ होंगी 1978 तो लैके 80 तक, ठीक है।
ਤਾਂ ਜੀ ਇਹ ਬਹੁਤ 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 ਇੰਪੋਰਟੈਂਟ ਕੁਐਸਚਨ ਬਣਦਾ। ਇੱਕ ਨਾ ਨੈਕਸਟ ਆਪਣਾ ਹੁੰਦਾ ਵਾ ਕਿ ਪੇਪਰ ਦੇ ਵਿੱਚ ਨਾ ਕਈ ਵਾਰ ਆਪਾਂ ਨੂੰ ਪੁੱਛਿਆ ਜਾਂਦਾ, ਆ ਦੇਖੋ ਨਾਬੜ ਦਾ ਕੁਐਸਚਨ ਦੇ ਆ ਗਏ। ਚਲੋ ਉਹ ਕਾਹਨੂੰ ਆਪਾਂ ਡਿਟੇਲ ਦੇ ਵਿੱਚ ਜਾਣਾ, ਫਿਰ ਆਪਾਂ ਜਦੋਂ ਇਹਦਾ ਟੌਪਿਕ ਕਰਾਂਗੇ ਉਦੋਂ ਹੀ ਕਰਾਂਗੇ। ਕਿਹੜੀ 5 ਸਾਲਾ ਯੋਜਨਾ ਨੇ ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਨੈਸ਼ਨਲ ਬੈਂਕ ਦੀ ਸਥਾਪਨਾ ਕੀਤੀ? ਦੇਖੋ ਜੀ ਇਹ ਹੋ ਰਿਹਾ ਜੀ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਦੀ ਗੱਲ ਹੋ ਰਹੀ ਆ, ਠੀਕ ਆ ਜੀ, ਨਾਬਾਰਡ ਦੀ ਗੱਲ ਹੋ ਰਹੀ ਆ। ਇਹ ਕਿਹੜੀ 5 ਸਾਲਾ ਯੋਜਨਾ ਦੇ ਵਿੱਚ ਇਹਦੀ ਸਥਾਪਨਾ ਹੋਈ ਸੀ? ਪਹਿਲੀ ਦੇ ਵਿੱਚ, ਦੂਜੀ 'ਚ, ਪੰਜਵੀਂ 'ਚ ਜਾਂ ਛੇਵੀਂ 'ਚ? ਦੱਸੋ ਜੀ ਉਸ ਟਾਈਮ ਦੇ ਉੱਤੇ ਕਿਹੜੀ ਉਹਨਾਂ ਨੇ ਪੁੱਛਿਆ ਕਿ ਕਿਹੜੀ 5 ਸਾਲੀ ਯੋਜਨਾ ਚੱਲਦੀ ਪਈ ਸੀ? ਤਾਂ ਉਸ ਟਾਈਮ ਦੇ ਉੱਤੇ 6ਵੀਂ 5 ਸਾਲੀ ਯੋਜਨਾ ਚੱਲਦੀ ਪਈ ਸੀ, ਠੀਕ ਹੈ। ਬਹੁਤ ਇੰਪੋਰਟੈਂਟ ਮਤਲਬ 1982 ਦੇ ਵਿੱਚ ਨਾਬਾਰਡ ਦੀ ਸਥਾਪਨਾ ਹੋਈ ਸੀ। ਕਿਹੜੀ ਕਮੇਟੀ ਦੀ ਰਿਕਮੈਂਡੇਸ਼ਨ ਦੇ ਉੱਤੇ ਹੋਈ ਸੀ? ਕਈ ਵਾਰ ਪੇਪਰ 'ਚ ਪੁੱਛਿਆ ਜਾਂਦਾ। ਤਾਂ ਇਹ ਹੋਈ ਸੀ ਜੀ ਵੀ ਸ਼ਿਵਰਮਨ ਕਮੇਟੀ ਦੀ, ਵੀ ਸ਼ਿਵਰਮਨ ਕਮੇਟੀ ਦੀ ਇਹਦੇ ਤੇ ਰਿਕਮੈਂਡੇਸ਼ਨ ਦੇ ਉੱਤੇ ਸਥਾਪਨਾ ਹੋਈ ਸੀ ਜੀ। ਹੁਣ ਦੇਸ਼ ਵਿੱਚ ਤੇਜ਼ੀ ਨਾਲ ਬਦਲ ਰਹੀ ਆਰਥਿਕ ਸਥਿਤੀ ਦੇ ਕਾਰਨ ਕਿਹੜੇ 2 ਸਾਲਾਂ ਵਿੱਚ ਸਾਲਾਨਾ ਯੋਜਨਾ ਚਲਾਈਆਂ ਗਈਆਂ? ਇਹਨਾਂ ਦੇ ਵਿੱਚੋਂ ਦੱਸਿਆ। ਹੁਣ ਮਤਲਬ ਕਿ ਉਹ ਪੁੱਛ ਰਹੇ ਨੇ ਕਿ ਮਤਲਬ ਇਕਨੋਮਿਕ ਸਿਚੁਏਸ਼ਨ ਬਹੁਤ ਜ਼ਿਆਦਾ, ਆਪਣੀ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਉਸ ਟਾਈਮ ਦੇ ਉੱਤੇ, ਕਿਹੜੀਆਂ ਮਤਲਬ ਸਿਚੁਏਸ਼ਨ ਦੇ ਵਿੱਚ ਕਿਹੜੀਆਂ ਮਤਲਬ ਇਕਨੋਮਿਕਸ ਆਪਣੀਆਂ ਚਲਾਈਆਂ ਗਈਆਂ ਸੀਗੀਆਂ? ਤਾਂ 1990 92, 1991 93, 92 94 ਜਾਂ 1999 ਤੋਂ 91 ਤੱਕ। ਤਾਂ ਉਸ ਤੋਂ ਬਾਅਦ ਕੀ ਚਲਾਈ ਗਈ ਸੀ? 1990 ਤੋਂ 92 ਤੱਕ ਇਹ ਚਲਾਈਆਂ ਗਈਆਂ ਸੀ ਚੇਂਜਿੰਗ ਦਾ ਇਕਨੋਮਿਕ ਸਿਚੁਏਸ਼ਨ ਇਨ ਇੰਡੀਆ, ਕਿਉਂਕਿ ਆਪਾਂ ਨੂੰ ਪਤਾ ਕਿ ਹਾਂਜੀ ਬਹੁਤ ਜ਼ਿਆਦਾ ਬੁਰੇ ਹਾਲਾਤ ਹੋ ਗਏ ਸੀ ਉਸ ਟਾਈਮ ਦੇ ਉੱਤੇ 1992 ਤੋਂ 1997 ਤੱਕ, ਠੀਕ ਆ। ਸੋ ਅੱਗੇ ਆਪਾਂ ਪੜ੍ਹਦੇ ਹਾਂ ਇਹਨੂੰ ਕਿ ਹਾਂਜੀ ਇਹਦੇ ਵਿੱਚ ਹੋਰ ਕੀ ਕੀ ਇੰਟਰੋਡਿਊਸ ਹੋਇਆ ਤੇ ਬਹੁਤ ਬਹੁਤ ਇੰਪੋਰਟੈਂਟ ਪੁਆਇੰਟ ਬਣਦੇ ਨੇ ਇਹਦੇ ਵਿੱਚ ਜੀ। ਅੱਗੇ ਪੜ੍ਹਦੇ ਹਾਂ, ਮੈਂ MCQ ਐਡ ਕੀਤਾ ਹੋਇਆ ਇਹਦੇ ਵਿੱਚ ਤੁਹਾਨੂੰ। ਤਾਂ ਜੀ ਨੈਕਸਟ ਆ ਗਿਆ ਜੀ ਸਾਡੇ ਕੋਲੇ 8ਵੀਂ 5 ਸਾਲੀ ਯੋਜਨਾ ਦੀ ਖਾਸ ਗੱਲ ਕੀ ਸੀ? ਵਾਟ ਇਜ਼ ਦਾ ਹਾਈਲਾਈਟ ਆਫ ਦਾ 8th 5 year ਪਲਾਨ? ਐਗਰੀਕਲਚਰ ਡਿਵੈਲਪਮੈਂਟ, ਇੰਡਸਟਰੀਅਲਾਈਜੇਸ਼ਨ, ਮਾਡਰਨਾਈਜੇਸ਼ਨ ਆਫ ਇੰਡਸਟਰੀਜ਼ ਜਾਂ ਪੋਪੂਲੇਸ਼ਨ ਕੰਟਰੋਲ? 8ਵੀਂ 5 ਸਾਲਾ ਯੋਜਨਾ ਦਾ ਉਹਨਾਂ ਨੇ ਪੁੱਛ ਲਿਆ ਹੋਇਆ, ਠੀਕ ਆ। ਤਾਂ ਜੀ ਇਹਦਾ ਬਿਲਕੁਲ 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 ਸਹੀ ਆਨਸਰ ਬਣਦਾ ਪਿਆ ਵਾ ਜੀ ਸਾਡਾ, ਇਹਦਾ ਬਣੇਗਾ ਜੀ ਆਪਣਾ ਮਾਡਰਨਾਈਜੇਸ਼ਨ ਆਫ ਇੰਡਸਟਰੀ। ਬਿਲਕੁਲ ਸਹੀ ਜੀ। 8ਵੀਂ 5 ਸਾਲੀ ਯੋਜਨਾ ਜਦੋਂ 1990 92 ਤੋਂ ਬਾਅਦ LPG ਤੋਂ ਬਾਅਦ ਇਹ ਆਪਣੀ ਮਾਡਰਨਾਈਜੇਸ਼ਨ ਆਫ ਇੰਡਸਟਰੀ ਹੋਈ ਸੀ। ਆ ਦੇਖੋ ਜੀ ਮਾਡਰਨਾਈਜੇਸ਼ਨ ਆਫ ਇੰਡਸਟਰੀ ਆਪਣੀ ਹੋਈ ਸੀ ਉਸ ਟਾਈਮ ਦੇ ਉੱਤੇ। ਤਾਂ ਜਦੋਂ ਇੰਡੀਆ ਉਸੇ ਟਾਈਮ ਦੇ ਉੱਤੇ ਇੰਡੀਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣਿਆ ਸੀ ਇਸੇ 8ਵੀਂ 5 ਸਾਲਾ ਯੋਜਨਾ ਦੌਰਾਨ 1 ਜਨਵਰੀ 1995 ਨੂੰ। ਹੁਣ ਜੀ ਭਾਰਤ ਦੀ ਨਵੀਂ ਆਰਥਿਕ ਨੀਤੀ ਚਲਾਈ ਸੀ, ਇੱਕ ਬਹੁਤ ਹੀ ਵਧੀਆ ਮਾਡਲ ਚਲਾਇਆ ਸੀ ਆਪਣੇ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਸੀ ਉਸ ਟਾਈਮ ਤੇ ਉੱਤੇ ਡਾਕਟਰ ਮਨਮੋਹਨ ਸਿੰਘ। ਇਹਨਾਂ ਨੇ ਜੀ LPG ਚਲਾਇਆ ਸੀ, ਇੱਕ ਮਾਡਲ ਜਿਹਨੂੰ ਆਪਾਂ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਦੇ ਮਾਡਲ ਵਜੋਂ ਜਾਣਿਆ ਜਾਂਦਾ ਹੈ। ਇਹਨੂੰ ਫਾਈਨੈਂਸ ਮਿਨਿਸਟਰ ਮਨਮੋਹਨ ਸਿੰਘ ਜੀ ਦੁਆਰਾ ਕਦੋਂ ਪੇਸ਼ ਕੀਤਾ ਗਿਆ ਸੀ? 1980 'ਚ, 91 'ਚ, 99 'ਚ ਜਾਂ 2004 'ਚ? ਬਿਲਕੁਲ ਸਹੀ ਜੀ। ਇਹ 1991 92 ਦੇ ਵਿੱਚ ਇਹ ਚਲਾਏ ਗਏ ਸੀ, ਠੀਕ ਆ, ਜਿਹਦੇ ਦੌਰਾਨ ਕਿ ਇਹ ਵੈਸੇ 1991 ਦੇ ਵਿੱਚ ਇੰਟਰੋਡਿਊਸ ਹੋਈ ਸੀ, ਉਹ ਵੀ 24 ਜੁਲਾਈ 1991 ਨੂੰ ਇਹ ਇੰਟਰੋਡਿਊਸ ਹੋਈ ਸੀ, ਠੀਕ ਹੈ। LPG ਪਾਲਿਸੀ ਡਾਕਟਰ ਮਨਮੋਹਨ ਸਿੰਘ ਨੇ ਇੰਟਰੋਡਿਊਸ ਕਰਤੀ ਸੀ, ਠੀਕ ਹੈ। 2 ਸਾਲੇ ਪਲਾਨ ਉਹਦੇ ਵਿੱਚ ਬਣੇ ਸੀ ਜਿਹਦੇ ਵਿੱਚ ਕਿ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ ਮਾਡਲ ਤਿਆਰ ਹੋਇਆ ਸੀ। हाँ जी लास्ट क्वेश्चन आ गया जी अज का अपना कि किहड़ी 5 साला योजना दौरान गॉडगिल फार्मूला जिहड़ा इंट्रोड्यूस होया सी? सैकेंड के दौरान, थर्ड के दौरान, फोर्थ के दौरान या 5th 5 year प्लान के दौरान? ਤਾਂ ਜੀ ਗॉडगिल फार्मूला के दौरान किहड़ा 5 year प्लान इंट्रोड्यूस होया सी? ये होया सी जी साडा 4th 5 year प्लान, चौथा 5 साला योजना होई सी। होर 4th 5 year प्लान दे विच होर की होया सी जी? 4th 5 year प्लान जदों चलदा पिया सी तां 1969 ईस्वी दे विच इह शुरू होया सी, ठीक है। जेकर आपां गल करिए तां नैक्सट जेकर आपां गल करिए तां इहदे विच सीधा सीधा क्वेश्चन पुछया जांदा वा कि इहदे विच एक ना राजस्थान दे विच अपना न्यूक्लीयर टैसट होया सी, वैसे मेरा कराया हो राजस्थान दे पोखरण 1 न्यूक्लीयर टैसट होया सी अपना, ठीक है। ये कई बार ना डेट पूछ लेंदे हुंदे ने, लिख लिओ ये जरूर जेकर तुहानूं पहला मैं नहीं करवाया। 18 मई 1974 नूं होया सी, ठीक है जी। इनू मतलब इहदा नाम की सी, कोड नेम की सी इहदा? स्माइलिंग बुद्धा। पेपर च आया होया क्वेश्चन आ जी ये स्माइलिंग बुद्धा इहदा कोड नेम सीगा। तां बहुत इंपोर्टेंट 18 मई 1974 नूं राजस्थान दे पोखरण 1 दे विच होया सी। एक होर की चीज़ होई सी चौथी 5 साली योजना दे विच? 4th 5 year प्लान दे विच एक अपना 14 बैंकों का नैशनलाइजेशन भी होया सी 1969 च। तो बहुत इंपोर्टेंट क्वेश्चन आप कर लिया। वैसे ना ये पूरा डिटेल दे विच करन वाला, क्योंकि इनू जे आप इस तरह करते हैं ना, इस तरह मेरे अकॉर्डिंग वो तो तुसीं बार बार कह रहे सी कि इकनॉमिक्स के 20 क्वेश्चन या 30 क्वेश्चन करवा दो कि हाँ आइडिया लग जाए। ਜਿਹੜੇ खासकर नवे कैंडीडेट ने ਜਿਹੜੇ ਪਹਿਲਾਂ ਤੋਂ ਤਿਆਰੀ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਵਾ ਕਿ ਕਿਹੋ ਜਿਹੇ ਕੁਐਸਚਨ ਬਣਦੇ ਨੇ, ਤਾਂ ਉਹਨਾਂ ਨੇ ਤਾਂ ਤਿਆਰੀ ਕੀਤੀ ਵੀ ਹੋਏਗੀ। ਸੋ ਬਾਕੀਆਂ ਨੂੰ ਵੀ ਹੁਣ ਥੋੜਾ ਜਿਹਾ ਆਈਡੀਆ ਲੱਗ ਜਾ ਹੋਏਗਾ ਕਿ ਹਾਂਜੀ ਇਸ ਤਰ੍ਹਾਂ ਦੇ ਕੁਐਸਚਨ 5 ਸਾਲੀ ਯੋਜਨਾ ਤੋਂ ਜਾਂ ਨੀਤੀ ਆਯੋਗ ਚੋਂ ਜਾਂ GST ਕਾਉਂਸਲ ਚੋਂ ਪੁੱਛੇ ਜਾਂਦੇ ਨੇ, ਤਾਂ ਇਹਨਾਂ ਦੇ ਉੱਤੇ ਥੋੜਾ ਜਿਹਾ ਫੋਕਸ ਵੱਧ ਕਰਿਓ। ਮੈਕਰੋ ਇਕਨੋਮਿਕਸ ਤੇ ਮਾਈਕਰੋ
ਇਕਨੋਮਿਕਸ ਤੋਂ ਸਿਰਫ ਬੇਸਿਕ ਚੀਜ਼ਾਂ ਪੜ੍ਹਿਓ PSSB ਲਈ, ਸਿਰਫ ਬੇਸਿਕ, ਜਿੱਦਾਂ ਕਿ GDP ਕੀ ਹੁੰਦੀ ਆ, GDP ਦੀ ਡੈਫੀਨੇਸ਼ਨ ਪੜ੍ਹ ਲਓ, ਨੈਸ਼ਨਲ ਇਨਕਮ ਦੀ ਪੜ੍ਹ ਲਓ, ਇਸ ਤਰ੍ਹਾਂ ਦੇ ਬੇਸਿਕ ਕੁਐਸਚਨ ਪੜ੍ਹੋ ਤਾਂ ਆਰਾਮ ਨਾਲ ਜੇਕਰ ਕੁਐਸਚਨ ਆਉਂਦੇ ਨੇ 2-3 ਕੁਐਸਚਨ ਆਏ ਵੀ ਇਹਦੇ ਵਿੱਚ ਇਕਨੋਮਿਕਸ ਦੇ ਵਿੱਚੋਂ ਤਾਂ ਤੁਹਾਡੇ ਆਰਾਮ ਦੇ ਨਾਲ ਇਹਨਾਂ ਦੇ ਵਿੱਚੋਂ ਹੀ ਇਹੀ ਟੌਪਿਕ ਦੇ ਵਿੱਚੋਂ ਕਵਰ ਹੋ ਜਾਣਗੇ। ਠੀਕ ਹੈ ਜੀ, ਸੋ ਧੰਨਵਾਦ ਜੀ। ਹੁਣ ਆਪਾਂ ਅਗਲੀ ਜਿਹੜੀ ਕਲਾਸ ਕਰਾਂਗੇ ਜੀ, ਕਲਾਸ ਨੰਬਰ 7 ਦੇ ਵਿੱਚ ਆਪਾਂ एनवायरमेंट जोग्राफी साइंस एंड टैक, ठीक है, ये आप 30 MCQ करांगे, 10-10 MCQ करांगे। ठीक है जी, बाकी तो अपने बहुत चंगी तरह आप वो कर ही रहे हैं, अपने टैलीग्राम के उत्ते क्विज कर रहे हैं। तो जी मिलते हैं हुण आपां अपनी अगली क्लास जां अगली अपडेट दे विच।